ਫਾਸਟਵੇ ਚੈਨਲ ਦੇ ਦਰਸ਼ਕਾਂ ਲਈ ਸਾਡਾ ਲੜੀਵਾਰ ਪ੍ਰੋਗਰਾਮ ਦ ਫਰਸਟ ਲਾਈਨਰਸ। ਅੱਜ ਅਸੀਂ ਹੈਗੇ ਹਾਂ DAV ਕਾਲਜ ਅੰਮ੍ਰਿਤਸਰ ਔਰ ਪ੍ਰਿੰਸੀਪਲ ਡਾਕਟਰ ਰਾਜੇਸ਼ ਕੁਮਾਰ ਨਾਲ ਸਾਡੀ ਗੱਲਬਾਤ ਹੋ ਰਹੀ ਹੈ। ਕੀ ਸੁਝਾਅ ਹੈ, ਕੀ ਗਾਈਡੈਂਸ ਨੇ ਔਰ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਆਪਣੀ ਪੜ੍ਹਾਈ ਨੂੰ ਲੈ ਕੇ, ਆਓ ਇਹਨਾਂ ਕੋਲੋਂ ਜਾਣੀਏ। ਅੱਜ ਅਸੀਂ ਇੰਪੈਕਟ ਆਫ ਕੋਵਿਡ ਪੈਂਡੈਮਿਕ ਔਨ ਐਜੂਕੇਸ਼ਨ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਔਰ ਮੇਰੇ ਨਾਲ ਇਸ ਗੱਲਬਾਤ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਾਡੇ ਸ਼ਹਿਰ ਦੇ ਮੰਨੇ ਪਰਮੰਨੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੇਸ਼ ਕੁਮਾਰ ਜੀ ਸਾਡੇ ਨਾਲ ਬੈਠੇ ਹੋਏ ਹਨ, ਜੋ ਪਿਛਲੇ 7 ਸਾਲਾਂ ਤੋਂ ਇਸ ਕਾਲਜ ਦੀ ਕਮਾਨ ਸੰਭਾਲੇ ਹੋਏ ਹਨ। ਜੀ ਸਰ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਸਰ। ਮੋਸਟ ਵੈਲਕਮ ਸਰ। ਸਰ, ਅੱਜ ਇਸ ਲੜੀ ਦੇ ਵਿੱਚ ਸਾਡਾ ਪਹਿਲਾ ਸਵਾਲ ਤੁਹਾਡੇ ਲਈ ਹੈ। ਤੁਸੀਂ ਐਡੀ ਵੱਡੀ ਸੰਸਥਾ ਦੇ ਸੰਸਥਾਪਕ ਹੋ ਅਤੇ ਤੁਸੀਂ ਇਸ ਕੋਵਿਡ ਦੇ ਦੌਰਾਨ ਕੀ त्रुटियां ने ਜਿਹੜੀਆਂ ਤੁਸੀਂ ਮਹਿਸੂਸ ਕੀਤੀਆਂ ਇਸ ਕਾਲਜ ਦੇ ਵਿੱਚ? ਸਭ ਤੋਂ ਪਹਿਲਾਂ ਤੇ ਮੈਂ ਫਾਸਟਵੇ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਔਰ ਫਾਸਟਵੇ ਦੇ ਪ੍ਰਮੋਟਰਸ ਤੇ ਉਹਨਾਂ ਦੀ ਟੀਮ ਦਾ ਦਿਲ ਤੋਂ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ੇ ਤੇ ਆਪਣਾ ਪ੍ਰੋਗਰਾਮ ਜਿਹੜਾ ਦਰਸ਼ਕਾਂ ਦੇ ਰੂਬਰੂ ਕਰਨ ਦਾ ਫੈਸਲਾ ਕੀਤਾ ਤੇ ਜਿਸ ਤਰ੍ਹਾਂ ਕਿ ਡਾਕਟਰ ਵਿਸ਼ਵ ਬੰਧੂ ਜੀ ਨੇ ਜਿਹੜਾ ਸਵਾਲ ਕੀਤਾ ਹੈ ਕਿ ਕੋਵਿਡ ਦੇ ਦੌਰਾਨ ਸਾਡੇ ਬਹੁਤ ਸਾਰੇ ਨਵੇਂ ਐਕਸਪੀਰੀਅੰਸ ਜਿਹੜੇ ਹੈ ਉਹ ਕੋਵਿਡ ਦੇ ਦੌਰਾਨ ਹੋਏ। ਜਦੋਂ ਕੋਵਿਡ ਟਾਈਮ ਸ਼ੁਰੂ ਹੋਇਆ ਔਰ ਕਾਲਜਸ ਔਰ ਸਕੂਲਾਂ ਦੇ ਵਿੱਚ ਬੱਚਿਆਂ ਦਾ ਆਉਣਾ ਬੰਦ ਕੀਤਾ ਗਿਆ, ਲਾਕਡਾਊਨ ਦੀ ਸਥਿਤੀ ਲੱਗ ਗਈ, ਲੇਕਿਨ ਉਹਦੇ ਬਾਅਦ ਬੱਚਿਆਂ ਦਾ ਸਿਲੇਬਸ ਪੂਰਾ ਕਰਨ ਵਾਸਤੇ ਸਾਨੂੰ ਆਨਲਾਈਨ ਮੋਡ ਦਾ ਜਿਹੜਾ ਸਹਾਰਾ ਲੈਣਾ ਪਿਆ ਔਰ ਆਨਲਾਈਨ ਮੋਡ ਜਿਹੜਾ ਹੈ ਇਹ ਪਹਿਲਾਂ ਬਹੁਤ ਹੀ ਅਲੀਟ ਇੰਸਟੀਟਿਊਟ ਜਿਸ ਤਰ੍ਹਾਂ IIT, IIM ਔਰ ਥਾਪਰ ਜੈਸੇ ਇੰਸਟੀਟਿਊਟ ਦੇ ਵਿੱਚ ਚੱਲਦਾ ਸੀਗਾ ਔਰ ਲੋਕਾਂ ਦਾ ਇਹਦੇ ਬਾਰੇ ਬੜਾ ਕਰੇਜ਼ ਸੀਗਾ। ਲੇਕਿਨ ਸਾਨੂੰ ਮਜਬੂਰੀ ਬਸ ਇਹ ਜਿਹੜਾ ਚੀਜ਼ ਹੈ ਸਾਨੂੰ ਉਹ ਅਡਾਪਟ ਕਰਨੀ ਪਈ ਔਰ ਸਾਡੇ ਟੀਚਰ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਮੋਡ ਦੇ ਰਸਤੇ ਜਿਹੜੀ ਹੈ ਉਹ ਐਜੂਕੇਸ਼ਨ ਬੱਚਿਆਂ ਨੂੰ ਜਿਹੜੀ ਹੈ ਇੰਪਾਰਟ ਕਰ ਰਹੇ ਹੈ ਔਰ ਹੌਲੀ ਜਿਸ ਤਰ੍ਹਾਂ ਟਾਈਮ ਵੱਧਦਾ ਜਾ ਰਿਹਾ ਹੈ ਉਹਦੇ ਵਿੱਚ ਉਹਨਾਂ ਦੀ ਮਾਹਰੀਅਤ ਵੀ ਹਾਸਲ ਹੁੰਦੀ ਜਾ ਰਹੀ ਹੈ ਔਰ ਨਾਲ ਜਿਹੜੇ ਬੱਚੇ ਆ ਉਹ ਵੀ ਇਸ ਮੋਡ ਦੇ ਵਿੱਚ ਅਡੈਪਟ ਹੁੰਦੇ ਜਾ ਰਹੇ। ਸਰ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲਾਕਡਾਊਨ ਪੀਰੀਅਡ ਦੇ ਵਿੱਚ ਤੁਹਾਨੂੰ ਆਨਲਾਈਨ ਐਜੂਕੇਸ਼ਨ ਦਾ ਸਹਾਰਾ ਲੈਣਾ ਪਿਆ, ਮੇਰਾ ਸਵਾਲ ਹੈਗਾ ਕਿ ਟੀਚਰਸ ਜਿਹੜੇ ਨੇ ਕਲਾਸਰੂਮ ਐਜੂਕੇਸ਼ਨ ਵਿੱਚ ਤਾਂ ਵਾਕਈ ਉਹ ਪਰਿਪੱਖ ਨੇ, ਲੇਕਿਨ ਜਿੱਥੇ ਤੱਕ ਆਨਲਾਈਨ ਟੀਚਿੰਗ ਸੀ ਉਸ ਦੇ ਵਿੱਚ ਕੀ ਤੁਸੀਂ ਯੋਜਨਾ ਜਾਂ ਐਫਰਟਸ ਕੀਤੇ ਤਾਂ ਕਿ ਉਹਨਾਂ ਨੂੰ ਇਸ ਦੇ ਵਿੱਚ ਦਕਸ਼ ਬਣਾਇਆ ਜਾ ਸਕੇ? ਡਾਕਟਰ ਸਾਹਿਬ, ਤੁਸੀਂ ਆਪ ਇੱਕ ਸਿੱਖਿਆਵਿਦ ਰਹੇ ਹੋ, ਕਾਫੀ ਦੇਰ ਤੁਹਾਡੀ ਲੰਬੀ ਸਰਵਿਸ ਰਹੀ ਹੈ ਐਜ਼ ਅ ਟੀਚਰ, ਕਾਲਜ ਟੀਚਰ, ਅਤੇ ਤੁਹਾਨੂੰ ਪਤਾ ਕਿ ਸਾਡੇ ਸਾਰੇ ਟੀਚਰ ਕੰਪਿਊਟਰ ਸਾਇੰਸ ਨੂੰ ਛੱਡ ਕੇ ਉਹ ਇਸ ਆਰਟ ਦੇ ਵਿੱਚ ਜਾਂ ਆਨਲਾਈਨ ਮੋਡ ਦੇ ਵਿੱਚ ਮਾਹਿਰ ਨਹੀਂ ਹੁੰਦੇ ਔਰ ਜਦੋਂ ਸਾਨੂੰ ਪਤਾ ਲੱਗਿਆ ਕਿ ਆਨਲਾਈਨ ਕਲਾਸ ਜਿਹੜਾ ਸਿਰਫ ਇੱਕ ਮਾਤਰ ਸਾਡੇ ਕੋਲ ਵਿਕਲਪ ਬਚਿਆ ਹੈ ਅਤੇ ਅਸੀਂ ਆਪਣੇ ਸਾਰੇ ਟੀਚਰਸ ਦੀ 2 ਦਿਨ ਦੀ ਵਰਕਸ਼ਾਪ ਲਗਾ ਕੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਵਾਈ ਕਿ ਕਿਹੜੇ ਐਪ ਜਿਹੜੇ ਆ ਉਹ ਯੂਜ਼ ਕੀਤੇ ਜਾ ਸਕਦੇ ਆ, ਕਿਹੜੇ ਮਾਧਿਅਮ ਹੈ ਜਿਹਦੇ ਥਰੂ ਅਸੀਂ ਆਪਣੇ ਬੱਚਿਆਂ ਤੱਕ ਪਹੁੰਚ ਸਕਦੇ ਹਾਂ ਔਰ ਅਲੱਗ-ਅਲੱਗ ਐਪਸ ਨੂੰ ਯੂਜ਼ ਕਰਨ ਦੀ ਟੈਕਨੀਕ ਕੀ ਹੈ, ਉਹਦੇ ਵਿੱਚ ਕਿਹੜਾ ਕੈਮਰਾ ਯੂਜ਼ ਕਰਨਾ ਹੈ, ਉਹਦੀ ਕਿੰਨੀ ਜਿਹੜੀ ਕਪੈਸਿਟੀ ਹੋਣੀ ਚਾਹੀਦੀ ਹੈ, ਨੈਟਵਰਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਤਾਂ ਜਿੰਨੇ ਵੀ ਉਹਦੀ ਟੈਕਨੀਕਲ ਜਿਹੜੇ ਉਹਦੇ ਐਸਪੈਕਟ ਸੀਗੇ ਉਹ ਸਾਰੇ ਟੀਚਰਸ ਨੇ ਪਹਿਲਾਂ ਕਲਾਸ ਲੈਣ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕੀਤਾ ਔਰ ਉਹਦੇ ਬਾਅਦ ਹੀ ਉਹ ਬੱਚਿਆਂ ਦੇ ਰੂਬਰੂ ਜਾ ਕੇ ਹੋਏ ਔਰ ਹੁਣ ਤੱਕ ਉਹਨਾਂ ਨੇ ਇੰਨੇ ਕੁ ਵਧੀਆ ਤਰੀਕੇ ਡਿਫਰੈਂਟ ਪਲੇਟਫਾਰਮ ਤੋਂ ਉਹਨਾਂ ਨੇ ਲੱਭੇ ਹੋਏ ਹੈ ਕਿ ਬੱਚਿਆਂ ਨੂੰ ਬੜੀ ਆਸਾਨੀ ਦੇ ਨਾਲ ਉਹ ਨੋਟਸ ਵੀ ਜਿਹੜੇ ਹੈ ਉਹ ਉਹਨਾਂ ਨੂੰ ਦੇ ਰਹੇ ਹੈ, ਭੇਜ ਰਹੇ ਹੈ ਔਰ ਈਵਨ ਬਲੈਕ ਬੋਰਡ ਦਾ ਕੰਮ ਵੀ ਜਿਹੜਾ ਸਕਰੀਨ ਦੇ ਉੱਤੇ ਲਿਖ ਕੇ ਉਹ ਬੱਚੇ ਜੋ ਵੀ ਉਹ ਸਕਰੀਨ ਦੇ ਉੱਤੇ ਲਿਖਦੇ ਆ ਆਪਣੇ ਆਈਪੈਡ ਦੇ ਉੱਤੇ ਜਾਂ ਮੋਬਾਈਲ ਦੇ ਸਕਰੀਨ ਦੇ ਉੱਤੇ, ਤੇ ਉਹ ਨਾਲ ਹੀ ਜਿਹੜਾ ਹੈ ਉਹ ਬੱਚਿਆਂ ਤੱਕ ਪਹੁੰਚ ਜਾਂਦਾ ਹੈ ਔਰ ਨਾਲ ਦੇ ਨਾਲ ਨੋਟਸ ਜਿਹੜੇ ਆ ਉਹ ਸਟੋਰ ਵੀ ਹੋ ਜਾਂਦੇ ਆ ਔਰ ਸਾਡੇ ਟੀਚਰ ਕਾਫੀ ਅੱਛੇ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜਾ ਆਨਲਾਈਨ ਮੋਡ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਉਹ ਦੇ ਰਹੇ ਹੈ ਜੀ। ਸਰ, ਤੁਸੀਂ ਬੜੇ ਵਿਸਤਾਰ ਦੇ ਵਿੱਚ ਦੱਸਿਆ ਕਿ ਤੁਸੀਂ ਐਜੂਕੇਸ਼ਨ ਨੂੰ, ਆਨਲਾਈਨ ਟੀਚਿੰਗ ਸਿਸਟਮ ਨੂੰ ਬੜੇ ਤਰੀਕੇ ਦੇ ਨਾਲ ਸੁਚਾਰੂ ਢੰਗ ਨਾਲ ਚਲਾਇਆ, ਲੇਕਿਨ ਮੇਰਾ ਇਹ ਕਹਿਣਾ ਸਵਾਲ ਹੈ ਕਿ ਬੱਚਿਆਂ ਦੀ ਟੀਚਰ ਦੇ ਨਾਲ ਇੰਟਰੈਕਸ਼ਨ, ਕਿਉਂਕਿ ਪਹਿਲੇ ਜਦ ਤੱਕ ਉਹਨਾਂ ਦੀ ਇੰਟਰੋਡਕਸ਼ਨ ਨਾ ਹੋਈ ਹੋਏ ਤੇ ਥੋੜ੍ਹੀ ਜਿਹੀ ਤੰਗੀ ਆਉਂਦੀ ਹੈ। ਕੀ ਇਹੋ ਜਿਹੇ ਕੋਈ ਤੁਹਾਨੂੰ ਔਕੜਾਂ ਮਹਿਸੂਸ ਹੋਈਆਂ ਟੀਚਰਸ ਨੂੰ? ਹਾਂ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਕਿਉਂਕਿ ਐਜੂਕੇਸ਼ਨ ਜਿਹੜਾ ਨਾ ਇਹ ਫੇਸ ਟੂ ਫੇਸ ਇੰਟਰੈਕਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਟੀਚਰ ਦੀ ਬੱਚੇ ਦੇ ਨਾਲ। ਜਦ ਤੱਕ ਅਸੀਂ ਰੂਬਰੂ ਨਹੀਂ ਹੁੰਦੇ ਇੱਕ ਦੂਸਰੇ ਦੇ, ਉਹ ਐਜੂਕੇਸ਼ਨ ਜਿਹੜੀ ਇਫੈਕਟਿਵ ਹੋ ਨਹੀਂ ਸਕਦੀ ਔਰ ਪਿਛਲੇ ਕੋਵਿਡ ਸਮੇਂ ਦੇ ਦੌਰਾਨ ਇਹ ਸਾਡੀ ਮਜਬੂਰੀ ਰਹੀ ਹੈ ਕਿ ਜਿਹੜਾ ਬੈਚ ਸਾਡੇ ਕੋਲ ਪਿਛਲੇ ਸਾਲ ਆਇਆ ਉਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਸਾਥੀ ਕਿਹੜੇ ਹੈ, ਉਹਨਾਂ ਦੇ ਟੀਚਰ ਦੀ ਪਰਸਨੈਲਿਟੀ ਕੀ ਹੈ, ਉਹ ਟੀਚਰ ਕਿਸ ਤਰ੍ਹਾਂ ਮਤਲਬ ਕਿ ਕਿਸ ਤਰ੍ਹਾਂ ਉਹਦੇ ਮਤਲਬ ਕੰਡਕਟ ਕੀ ਹੈ ਉਹਦਾ।
तो बच्चों ਨੂੰ बहुत सारिया ऐसिया चीज़ां ਜਿਹੜੀਆਂ वो पता नहीं लग सकियां क्योंकि क्लासरूम टीचिंग का कोई विकल्प ਜਿਹੜਾ अज तक मौजूद नहीं है क्योंकि यही कारण है कि साडे स्कूल कॉलेज और यूनिवर्सिटीज़ अज तक वो इनएविटेबल है उन्हों तो बिना गुजारा नहीं हो सकता फॉर्मल एजुकेशन का सिर्फ एक तो एक यही एकमात्र तरीका है अदरवाइज सारी दुनिया घर बैठ के ही एजुकेशन लै सकती सी लेकिन कोविड ने सानू मजबूर कर दिता कि असी उन्होंने हालातों के विच एजुकेशन लईए जिन्हां वास्ते असी मैंटली प्रिपेयर नहीं सीगे लेकिन सम हाउ सानू उहदे नाल एडजस्टमेंट करनी पई। हालांकि बच्चे उस गल तो बहुत ज़्यादा तो खुश नहीं है लेकिन साडे कोल होर कोई तरीका नहीं है। मेरा ये भी मनना है कि कॉलेज दे विच बच्चे सिर्फ पढ़ने वास्ते नहीं आते उन्हां दी पर्सनैलिटी की जिहड़ी डिवेलपमेंट है वो अपने एनवायरनमेंट दे विचों एक्स्ट्रा करिकुलर एक्टिविटी दे विचों अपने दोस्तों के नाल गलबात करके ਜਾਂ ਉਹਨਾਂ ਦੇ एक्सपीरियंस शेयर करके ਉਹ ਆਪਣੀ पर्सनैलिटी ਨੂੰ ग्रूम करते हैं। एग्जाम पास करने वास्ते तो वो किसी तरीके नाल भी वो मैनेज कर लैणगे लेकिन उन्होंने पर्सनैलिटी दे विच कोई ना कोई कमी जिहड़ी है वो जरूर रह जाएगी अगर वो ऑनलाइन के माध्यम से ही वो डिग्री जिहड़ी है वो हासिल करते हैं। बिल्कुल ठीक कहना सर थोड़ा कि बच्चों की परसनैलिटी ओवरऑल डिवेलपमेंट के लिए क्लासरूम टीचिंग का कोई विकल्प नहीं है। सर एक अगला सवाल है कि ਜਿਹੜੇ ਬੱਚੇ ਤੁਹਾਡੇ ऑनलाइन क्लासेस लैंदे ने कि उन्होंने टीचर के नाल कोई ਇਹੋ ਜਿਹੇ मन मुटाव या कोई शरारतां कुछ ऐसी किस्म की शिकायतां आईयां ने ਜਿਹੜੀਆਂ दुरभागियां होण या मंदभागियां होण। डॉक्टर साहब ये भी एक बड़ा रैलेवेंट तुसीं सवाल किया है क्योंकि क्लासरूम दे विच टीचर और टॉट स्टूडेंट और टीचर ਜਿਹੜੇ ਨਾ आमने सामने ਹੁੰਦੇ ਆ और टीचर ਨੂੰ पता लग ਜਾਂਦਾ कि ਕਿਹੜਾ ਬੱਚਾ क्लास ਦੇ ਵਿੱਚ अटेंटिव है ਕਿਹੜਾ नहीं है ਕਿਹੜਾ ਬੱਚਾ शरारत कर रहा है और ਉਹਨੂੰ रोक सकता है ਜਾਂ ਆਪਣੇ ਢੰਗ ਨਾਲ ਉਹਨੂੰ ਡੀਲ ਕਰ ਸਕਦਾ। लेकिन ऑनलाइन ਦੇ ਵਿੱਚ ਬੱਚੇ ਅੱਜ ਕੱਲ੍ਹ ਕੀ ਕਰਦੇ ਆ ਕਿ ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਬੱਚਿਆਂ ਨੂੰ ਕ੍ਰੇਜ਼ ਸੀਗਾ ਆਨਲਾਈਨ ਟੀਚਿੰਗ ਦਾ ਉਸ ਵੇਲੇ ਉਹ ਆਪਣੀ ਫੋਟੋਗ੍ਰਾਫਸ ਅੱਛੇ ਕੱਪੜੇ ਪਾ ਕੇ ਅੱਛੇ ਪੋਜ਼ ਦੇ ਵਿੱਚ ਉਹ ਮਤਲਬ ਕਿ ਅਪੀਅਰ ਹੁੰਦੇ ਸੀਗੇ ਲੇਕਿਨ ਉਹ ਇੰਨਾ ਕੁ ਲੰਬਾ ਸਮਾਂ ਚੱਲ ਗਈਆਂ ਇਹ ਕਲਾਸਾਂ ਕਿ ਉਹ ਤੋਂ ਹੁਣ ਜਿਹੜਾ ਉਹਦਾ ਮਨ ਉੱਕ ਗਿਆ ਜਾਂ ਉਕਸਾ ਗਿਆ ਮਨ ਉਹਨਾਂ ਦਾ ਤੇ ਇਸ ਕਰਕੇ ਉਹ ਹੁਣ ਕੀ ਕਰ ਰਹੇ ਆ ਕਿ ਆਪਣਾ ਸਿਰਫ ਲੌਗਇਨ ਕਰਕੇ ਉਹਨਾਂ ਦਾ ਨਾਂ ਤੇ ਉੱਥੇ ਅਪੀਅਰ ਹੁੰਦਾ ਹੈ लेकिन वो आप उत्थे अपीयर कई बार नहीं भी होंगे। और जी तुसी गल की कि छोटिया मोटिया शरारतां ये ऑनलाइन दे विच भी बच्चों ने एक नवा तरीका लभ लिया कि वो पिछे आवाज़ां करनी शुरू कर देंगे कई हूटिंग करनी शुरू कर देंगे या फिर कुछ टैक्सट मैसेज टाइप करके कोई टीचर को इस तरह का भेज देंगे है। हालांकि साडे कॉलेज दे विच इस तरह के सानू जिहड़े वाक़या बहुत घट मिले है और पिछले 1.5 साल दे विच सिर्फ 2 वाक़या मेरे सामने आए हैं जिहदे विच टीचर ने मैनूं शिकायत की है कि बच्चा मिसबिहेव कर रहा है। और टैक्नोलॉजी की एक बहुत बड़ी खासियत है खूबसूरती है कि टैक्नोलॉजी के नाल बंदा फड़िया जाता है कि किहड़ा बच्चा जिहड़ा वो शरारत कर रहा है क्योंकि उसदा उत्ते फ़ोन नंबर आ जाता उसकी ID आ जाती है और हर चीज़ असी ट्रेस कर सकते हैं और वो बच्चे बुला के पेरेंट्स बुला के तो असी उन्होंने वार्निंग दे के उन्होंने कहा कि तुसीं इस तरह दी शरारतां जिहड़ियां उहदे विच नहीं करनियां। हालांकि क्योंकि ये एक ऐसा एज ग्रुप है बच्चों का जिहदे विच बहुत ज़्यादा एनर्जी बहुत ज़्यादा क्रिएटिविटी जो उन्होंने जिहड़ा आउटलैट नहीं मिलेगा तो किसी न किसी तरीके नाल अपनी जिहड़ी एनर्जी नूं बाहर कड्ढण दी कोशिश करनगे और सानू इहदे बारे थोड़ा बहुता सतर्क रहण दी भी लोड़ हैगी। सर लॉकडाउन के बाद जो क्लासेस शुरू हुई तो की बच्चों की गिनती दे विच कोई फर्क पिया एडमिशन च फर्क पिया? सर वैसे तो लॉकडाउन अजे पूरी तरह चुक्या ही नहीं गया। पिछले साल तो जो तो लॉकडाउन लग्या होया है स्कूलों और कॉलेजों वास्ते गवर्नमेंट ने कोई भी इस तरह के आदेश नहीं दिते कि तुसी पूरा फुल फ्लैश जो कॉलेज या स्कूल तुसी लगा सकते हो लेकिन फिर भी जिस समय के दौरान उन्होंने कहा कि तुसी थोड़े बच्चे बुला सकते हो या आल्टरनेट डेज से बच्चे बुला सकते हो तो असी कोशिश की कि जो प्रैक्टिकल क्लास जिहड़ियां हैगियां प्रैक्टिकल सबजैक्ट जिहड़े हैगे उन्होंने बच्चे बुलाए जान वो साइंस के बच्चे होन कंप्यूटर साइंस के होन या मास कम्यूनीकेशन और वीडियो प्रोडक्शन के बच्चे होन उन्होंने असी बुला के और सोशल डिस्टेंसिंग नाल उन्हां दी असी जिहड़ी क्लासेस वो लईआं। और ये कोई शक नहीं कि जो माँ बाप है वो एप्रीहेंसिव से अपनी बच्चों की सेफ्टी के बारे कि पता नहीं है ना बाहर किनू मिलने जाके किस तरह का उत्थे माहौल होएगा तो वो कोविड के बारे थोड़े सतर्क से इस करके बच्चों की गिनती जरूर घटी पहले नालों उन्ने बच्चे साडे कोल क्लासेस विच नहीं आए जिन्ने आने चाहिए सीगे। दूसरा जो तुसीं अहम सवाल पूछा कि कोविड के दौरान जी बच्चों की स्ट्रेंथ है वो डेफिनेटली पिछले साल भी घटी है और इस साल अजे तो एडमिशन शुरू नहीं हुई क्योंकि +2 के एग्ज़ाम ही अजे तक नहीं हो सके तो बाकी बच्चों का नंबर घटन का सिर्फ कोविड ही एक रीज़न नहीं है उस तो पहला भी साडे पंजाब दे बहुत सारे बच्चे जिहड़े विदेशों वाल अपना मूँह कर चुके हैं और शायद वो साडे सिस्टम तो खुश नहीं है
ਜਾਂ ਇੱਥੋਂ ਦਾ ਜਿਹੜਾ ਇੰਪਲੋਇਮੈਂਟ ਸਿਸਟਮ ਹੈ ਜਾਂ ਜੋ ਗਵਰਨੈਂਸ ਸਿਸਟਮ ਹੈ ਉਹ ਉਹਨਾਂ ਨੂੰ ਇੰਪਲੋਇਮੈਂਟ ਨਹੀਂ ਮਿਲਦਾ, ਜਿਸ ਵਜ੍ਹਾ ਕਰਕੇ ਬੱਚੇ ਬਾਹਰ ਜਾ ਰਹੇ ਹੈ। ਔਰ ਇਹ ਲਗਾਤਾਰ ਗਿਣਤੀ ਸਾਡੇ ਪੰਜਾਬ ਦੇ ਸਟੂਡੈਂਟਸ ਦੀ ਸਾਡੇ ਕਾਲਜਾਂ ਵਿੱਚ ਘਟੀ ਜਾ ਰਹੀ ਹੈ, ਔਰ ਕੈਨੇਡਾ, ਅਮਰੀਕਾ ਔਰ ਆਸਟ੍ਰੇਲੀਆ ਦੇ ਕਾਲਜ ਦੇ ਵਿੱਚ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਹਦੇ ਬਾਰੇ ਵੀ ਸਾਡੀ ਸਰਕਾਰ ਨੂੰ ਕੁਝ ਗੰਭੀਰ ਵਿਸ਼ੇ 'ਤੇ ਸੋਚਣ ਦੀ ਵੀ ਜ਼ਰੂਰਤ ਹੈ। ਸਰ ਤੁਸੀਂ ਕਿਹਾ ਵੀ ਠੀਕ ਹੈ ਗਿਣਤੀ ਜਿਹੜੀ ਹੈ ਸਟੂਡੈਂਟਸ ਦੀ ਘੱਟ ਰਹੀ ਐਡਮਿਸ਼ਨ ਦੇ ਵਿੱਚ, ਮਗਰ ਸਰ ਇਹ ਵੀ ਤੁਸੀਂ ਗੱਲ ਕਹੀ ਕਿ ਇਹਦੇ ਨਾਲ ਬੱਚਿਆਂ ਦਾ ਰੁਝਾਨ ਬਾਹਰ ਦੇ ਪਾਸੇ ਹੈ। ਕਾਰਨ ਹੈ ਕਿ ਅਨਐਮਪਲੋਇਮੈਂਟ ਬੜੀ ਹੈ, ਕਿ ਕੋਵਿਡ ਕਰਕੇ ਜਿਹੜੀ ਅਸੀਂ ਆਨਲਾਈਨ ਕਲਾਸਿਸ ਸ਼ੁਰੂ ਕੀਤੀਆਂ ਨੇ, ਕਿ ਇਹਦੇ ਵਿੱਚ ਸਾਡੇ ਇੰਸਟੀਟਿਊਸ਼ਨਸ ਨੇ ਟੀਚਰ ਦਾ ਜਿਹੜਾ ਜਿਸ ਤਰ੍ਹਾਂ ਅਗਰ ਫੀਸਾਂ ਘਟੀਆਂ, ਕਾਲਜ ਦੀ ਇਨਕਮ ਘਟੀ, ਤੇ ਕੀ ਉਹਦਾ ਦਾ ਟੀਚਰ ਦੀ ਨੌਕਰੀ 'ਤੇ ਵੀ ਕੋਈ ਫਰਕ ਪਿਆ? ਹਾਂ, ਵੈਸੇ ਤਾਂ ਸਰ ਕੋਵਿਡ ਨੇ ਆਲਮੋਸਟ ਹਰ ਆਦਮੀ ਦਾ ਜਿਹੜਾ ਲੱਕ ਤੋੜ ਕੇ ਰੱਖ ਦਿੱਤਾ। ਇਕਨੋਮਿਕਲੀ ਸਾਰੇ ਇਨਸਾਨਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ, ਔਰ ਖਾਸ ਕਰਕੇ ਜਿਹੜੇ ਲੋਅਰ ਕਲਾਸ ਔਰ ਲੋਅਰ ਮਿਡਲ ਕਲਾਸ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਜ਼ਿਆਦਾ ਅਸਰ ਪਿਆ। ਔਰ ਮੇਰਾ ਇਹ ਮੰਨਣਾ ਕਿ ਇਸੇ ਕਲਾਸ ਦੇ ਜਿਹੜੇ ਬੱਚੇ ਹੈ ਉਹ ਜ਼ਿਆਦਾ ਕਾਲਜਾਂ ਦੇ ਵਿੱਚ ਪੜ੍ਹਨ ਆਉਂਦੇ ਆ, ਕਿਉਂਕਿ ਉਹ ਆਪਣਾ ਉਜਵਲ ਭਵਿੱਖ ਬਣਾਉਣ ਵਾਸਤੇ ਕਾਲਜਸ ਵਿੱਚ ਐਡਮਿਸ਼ਨ ਲੈਂਦੇ ਆ। ਔਰ ਫੀਸਾਂ ਦਾ ਜਿਹੜਾ ਮਤਲਬ ਪੇਮੈਂਟ ਹੈ ਉਹ ਬਹੁਤ ਜ਼ਿਆਦਾ ਇਰੈਟਿਕ ਰਹੀ ਹੈ, ਇਰੈਗੂਲਰ ਰਹੀ ਹੈ। ਔਰ ਜਿੰਨੇ ਵੀ ਪੇਰੈਂਟਸ ਮੇਰੇ ਕੋਲ ਆਉਂਦੇ ਆ ਉਹੀ ਕਹਿੰਦੇ ਆ ਕਿ ਸਾਡਾ ਕੰਮ ਬੰਦ ਹੋ ਗਿਆ, ਅਸੀਂ ਫੀਸ ਨਹੀਂ ਦੇ ਸਕਦੇ। ਔਰ ਉਹਨਾਂ ਵਿੱਚੋਂ ਕੁਝ 5 ਤੋਂ ਲੈ ਕੇ 7% ਬੱਚੇ ਜਿਹੜੇ ਆ ਉਹ ਡਰੋਪ ਆਊਟ ਵੀ ਹੋਏ ਆ, ਇਸੇ ਕਰਕੇ ਕਿ ਉਹ ਫੀਸਾਂ ਨਹੀਂ ਦੇ ਸਕੇ। ਔਰ ਕੁਝ ਬੱਚਿਆਂ ਦੀਆਂ ਅਸੀਂ ਫੀਸਾਂ ਮਾफ़ ਕੀਤੀਆਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਕੋਲ 2-3 ਬੱਚੇ BCA ਦੇ ਵਿੱਚ ਐਸੇ ਆ ਜਿਨ੍ਹਾਂ ਦੇ ਪੇਰੈਂਟਸ ਸਕੂਲ ਵੈਨ ਚਲਾਉਂਦੇ ਸੀ, ਬੱਚਿਆਂ ਨੂੰ ਲੈ ਕੇ ਜਾਂਦੇ ਸੀਗੇ, ਔਰ ਪਿਛਲੇ 1.5 ਸਾਲ ਤੋਂ ਸਕੂਲ ਦੀ ਵੈਨ ਜਿਹੜੀ ਉਹ ਬੰਦ ਹੋਈ ਪਈ ਹੈ। ਉਹ ਕਹਿੰਦੇ ਸਰ ਸਾਨੂੰ ਖਾਣ ਦੇ ਲਾਲੇ ਪਏ ਆ, ਅਸੀਂ ਆਪਣੇ ਬੱਚਿਆਂ ਦੀ ਫੀਸ ਕਿੱਥੋਂ ਅਸੀਂ ਪੇ ਕਰੀਏ। ਲੇਕਿਨ ਸਮ ਹਾਊ ਉਹਦੇ ਬੱਚੇ ਬ੍ਰਿਲੀਅੰਟ ਹੈ, ਪੜ੍ਹਨ ਵਾਲੇ ਹੈ, ਅਤੇ ਅਸੀਂ ਉਹਨਾਂ ਨੂੰ ਜਿਹੜਾ ਕੁਝ ਫੀਸ ਕੰਸੈਸ਼ਨ ਦੇ ਕੇ ਉਹਨਾਂ ਨੂੰ ਕੰਟੀਨਿਊ ਕੀਤਾ। ਲੇਕਿਨ ਅਸੀਂ ਆਪਣੇ ਟੀਚਰਸ ਨੂੰ ਜਿਹੜੀ ਸੈਲਰੀ ਹੈ ਜਿੰਨੀ ਅਸੀਂ ਦੇ ਰਹੇ ਸੀ ਉਨੀ ਹੀ ਦੇ ਰਹੇ ਹਾਂ। ਪੰਜਾਬ ਸਰਕਾਰ ਨੇ ਪਿਛਲੇ ਸਾਲ ਸਾਡਾ ਕਾਫੀ ਸਾਥ ਦਿੱਤਾ, ਟਾਈਮ ਸਿਰ ਉਹਨਾਂ ਨੇ ਗ੍ਰਾਂਟਾਂ ਜਿਹੜੀਆਂ ਰਿਲੀਜ਼ ਕੀਤੀਆਂ, ਜਿਹਦੀ ਵਜ੍ਹਾ ਕਰਕੇ ਅਸੀਂ ਸੈਲਰੀ ਜਿਹੜੀ ਹੈ ਡਿਸਬਰਸ ਕਰ ਸਕੇ। ਹਾਂ, ਇੱਕ ਚੀਜ਼ ਜ਼ਰੂਰ ਹੈ ਕਿ ਜਿਹੜੇ ਅਸੀਂ ਅਡਹੌਕ ਟੀਚਰ ਰੱਖਦੇ ਸੀਗੇ ਉਹਨਾਂ ਟੀਚਰਾਂ ਦੀ ਗਿਣਤੀ ਦੇ ਵਿੱਚ ਜ਼ਰੂਰ ਅਸੀਂ ਉਹਨਾਂ ਨੂੰ ਕੱਟ ਕੀਤਾ ਹੈ, ਕਿਉਂਕਿ ਆਨਲਾਈਨ ਕਲਾਸਿਸ ਦੇ ਵਿੱਚ ਸਾਨੂੰ ਉਹਨੇ ਟੀਚਰਾਂ ਦੀ ਲੋੜ ਨਹੀਂ ਪੈਂਦੀ ਜਿੰਨੀ ਕਿ ਸਾਨੂੰ ਆਫਲਾਈਨ ਦੇ ਵਿੱਚ ਪੈਂਦੀ ਹੈ। ਔਰ ਵੈਸੇ ਵੀ ਪ੍ਰੈਕਟੀਕਲ ਜਦ ਕਲਾਸਾਂ ਨਹੀਂ ਲੱਗ ਰਹੀਆਂ ਤੇ ਵਰਕਲੋਡ ਵੈਸੇ ਹੀ ਤੁਸੀਂ ਕਹਿ ਲਓ ਕਿ 30-40% ਜਿਹੜਾ ਉਹ ਘਟ ਗਿਆ ਹੈ। ਸਰ ਕੋਵਿਡ ਐਪੀਡੈਮਿਕ ਜਿਹੜਾ ਪੈਂਡੈਮਿਕ ਬਣਿਆ ਪਿਆ, ਇਸ ਦੇ ਲਈ ਤੁਸੀਂ ਇਸ ਨੂੰ ਰੋਕਣ ਦੇ ਲਈ ਕਾਲਜ ਦੇ ਵਿੱਚ ਕਿਸ ਪ੍ਰਕਾਰ ਦੇ ਯਤਨ ਕੀਤੇ, ਇਹਦੇ 'ਤੇ ਜ਼ਰਾ ਚਾਨਣਾ ਪਾਓ। ਸਰ ਅਸੀਂ ਜੋ ਵੀ ਗਵਰਨਮੈਂਟ ਦੀਆਂ ਜਿਹੜੀਆਂ ਹਦਾਇਤਾਂ ਆਉਂਦੀਆਂ ਉਹਦੀ ਅਸੀਂ ਇਨ ਬਿਨ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਅਸੀਂ ਆਪਣੇ ਕਾਲਜ ਦੇ ਵਿੱਚ ਇੱਕ ਕੋਵਿਡ ਟਾਸਕ ਫੋਰਸ ਦਾ ਗਠਨ ਕੀਤਾ ਹੋਇਆ, ਔਰ ਉਸ ਟਾਸਕ ਫੋਰਸ ਦੇ ਵਿੱਚ ਸਾਡੇ ਜਿਹੜੇ ਇੰਚਾਰਜ ਹੈਗੇ ਆ ਉਹ ਪ੍ਰੋਫੈਸਰ ਰਜਨੀਸ਼ ਪੋਪੀ ਹੈ, ਵਾਈਸ ਪ੍ਰਿੰਸੀਪਲ ਕਾਲਜ ਦੇ। ਉਹਦੇ ਨਾਲ ਸਟਾਫ ਸੈਕਟਰੀ, NCC, NSS ਦੇ ਅਧਿਕਾਰੀ, ਔਰ ਸਾਡੇ ਕਾਲਜ ਦੇ ਜਿਹੜੇ ਮੈਡੀਕਲ ਆਫਿਸਰ ਡਾਕਟਰ ਅਸ਼ਵਨੀ ਵਰਮਾ ਉਹਦੇ ਇੱਕ ਖਾਸ ਮੈਂਬਰ ਨੇ। ਔਰ ਇਸ ਦੇ ਤਹਿਤ ਅਸੀਂ ਸਭ ਤੋਂ ਪਹਿਲਾਂ ਆਪਣੇ ਪੂਰੇ ਸਟਾਫ ਦਾ ਇੱਕ ਇੱਥੇ ਕੈਂਪ ਲਗਾ ਕੇ ਉਹਦਾ ਟੈਸਟ ਕਰਵਾਇਆ ਕੋਵਿਡ ਦਾ। ਔਰ ਫੋਰਚੂਨੇਟਲੀ ਸਾਡੇ ਸਾਰੇ ਜਿਹੜੇ ਇੰਪਲੋਈ ਸੀਗੇ ਉਹ ਨੈਗੇਟਿਵ ਨਿਕਲੇ, ਕੋਈ ਵੀ ਸਾਡਾ ਪੋਜ਼ਿਟਿਵ ਕੇਸ ਨਹੀਂ ਆਇਆ। ਉਹਦੇ ਬਾਅਦ ਫਿਰ ਅਸੀਂ ਇਹਦੇ ਵੈਕਸੀਨੇਸ਼ਨ ਕੈਂਪ ਲਗਵਾਇਆ, ਔਰ ਦੂਸਰਾ ਵੈਕਸੀਨੇਸ਼ਨ ਕੈਂਪ ਵੀ ਅਸੀਂ ਜਲਦ ਜਿਹੜਾ ਲਗਵਾਉਣ ਜਾ ਰਹੇ ਹਾਂ। ਔਰ ਸਾਡੇ NSS ਡਿਪਾਰਟਮੈਂਟ ਦੇ ਜਿਹੜੇ ਪ੍ਰੋਗਰਾਮ ਆਫੀਸਰਸ ਨੇ ਉਹਨਾਂ ਨੇ ਮਾਸਕ ਵੰਡੇ, ਸੈਨੀਟਾਈਜ਼ਰ ਵੰਡੇ। ਔਰ ਕਾਲਜ ਦੇ ਵਿੱਚ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਦੇ ਹਾਂ। ਜੋ ਵੀ ਇੱਥੋਂ ਬਾਹਰੋਂ ਕੋਈ ਐਂਟਰ ਕਰਦਾ ਹੈ ਉਹਦੀ ਥਰਮਲ ਸਕਰੀਨਿੰਗ, ਔਰ ਉਹਦਾ ਜਿਹੜਾ ਦੂਸਰੀ ਜਿਹੜੀ ਟਨਲ ਵੀ ਅਸੀਂ ਜਿਹੜੀ ਸੈਨੀਟਾਈਜੇਸ਼ਨ ਟਨਲ ਉਹ ਵੀ ਲਾ ਰੱਖੀ ਹੈ। ਔਰ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਉਹ ਧਿਆਨ ਰੱਖਿਆ ਜਾਏ, ਔਰ ਕਿਸੇ ਨੂੰ ਵੀ ਇਸ ਬਿਮਾਰੀ ਦੇ ਨਾਲ ਵਾਬਸਤਾ ਹੋਣ ਦਾ ਜਿਹੜਾ ਉਹ ਮੌਕਾ ਨਾ ਮਿਲੇ। ਸਰ ਆਨਲਾਈਨ ਟੀਚਿੰਗ ਦੇ ਨਾਲ ਆਫਲਾਈਨ ਐਗਜ਼ਾਮੀਨੇਸ਼ਨ ਦੀ ਵੀ ਡਿਮਾਂਡ ਰਹੀ, ਇਸ ਦੇ ਬਾਰੇ ਕੁਝ ਜਾਣਕਾਰੀ ਦੇਵੋਗੇ? ਸਰ ਪਿਛਲੇ ਸਾਲ ਜਿਸ ਤਰ੍ਹਾਂ ਕਿ ਅਸੀਂ ਆਨਲਾਈਨ ਕਲਾਸਾਂ ਲਗਾਈਆਂ, ਔਰ ਜਿਸ ਵੇਲੇ ਐਗਜ਼ਾਮੀਨੇਸ਼ਨ ਲੈਣ ਦੀ ਵਾਰੀ ਆਈ ਤੇ ਯੂਨੀਵਰਸਿਟੀ ਨੇ ਕਿਹਾ ਕਿ ਅਸੀਂ ਆਫਲਾਈਨ ਐਗਜ਼ਾਮੀਨੇਸ਼ਨ ਲੈਣੇ ਆ, ਕਿਉਂਕਿ ਉਸ ਵੇਲੇ ਕੁਝ ਹਾਲਾਤ ਜਿਹੜੇ ਇੰਡੀਆ ਦੇ ਵਿੱਚ ਸੁਧਰ ਚੁੱਕੇ ਸੀਗੇ। ਔਰ ਜਿਹੜੇ ਸਟੂਡੈਂਟ ਯੂਨੀਅਨ ਸੀਗੀਆਂ ਉਹਨਾਂ ਨੇ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕੀਤਾ, ਔਰ ਖਾਸ ਕਰਕੇ ਜਲੰਧਰ ਬੇਸਡ ਕੁਝ ਬੱਚਿਆਂ ਨੇ, ਆਰਗੇਨਾਈਜੇਸ਼ਨਸ ਨੇ ਯੂਨੀਵਰਸਿਟੀ ਦੇ ਵਿੱਚ ਕਾਫੀ ਪ੍ਰੋਟੈਸਟ ਕੀਤੇ, ਧਰਨੇ ਵੀ ਲਗਾਇਆ ਕਿ ਅਗਰ ਸਾਡੀ ਜਿਹੜੀ ਐਜੂਕੇਸ਼ਨ ਹੈ, ਪੜ੍ਹਾਈ ਜਿਹੜੀ ਸਾਡੀ ਆਨਲਾਈਨ ਹੋਈ ਹੈ ਤੇ ਅਸੀਂ ਐਗਜ਼ਾਮ ਵੀ ਜਿਹੜੇ ਹੈ ਅਸੀਂ ਆਨਲਾਈਨ ਹੀ ਦੇਵਾਂਗੇ। ਲੇਕਿਨ ਫਿਰ ਵੀ ਇੱਕ ਕਮੇਟੀ ਯੂਨੀਵਰਸਿਟੀ ਨੇ ਬਣਾਈ ਜਿਹਦੇ ਵਿੱਚ ਮੈਂ ਵੀ ਇੱਕ ਮੈਂਬਰ ਸੀਗਾ, ਔਰ ਮੈਂ ਵੀ 2-3 ਮੀਟਿੰਗਸ ਅਟੈਂਡ ਕੀਤੀਆਂ, ਔਰ ਅਸੀਂ ਬੱਚਿਆਂ ਨੂੰ ਇਸ ਗੱਲ 'ਤੇ ਕਨਵਿੰਸ ਕਰ ਪਾਏ ਕਿ ਅਸੀਂ ਤੁਹਾਨੂੰ ਥੋੜ੍ਹੀ ਬਹੁਤੀ ਰਿਆਇਤ ਜ਼ਰੂਰ ਦੇ ਦਿਆਂਗੇ, ਤੁਸੀਂ ਜਿਹੜੇ ਆਫਲਾਈਨ ਐਗਜ਼ਾਮ ਦਿਓ ਉਹਦੇ ਵਿੱਚ ਤੁਹਾਨੂੰ ਓਪਨ ਚੋਇਸ ਦਿੱਤੀ ਜਾਏਗੀ। ਕੁਐਸਚਨਸ ਦੇ ਵਿੱਚ 8 ਦੇ ਵਿੱਚੋਂ ਤੁਸੀਂ 5 ਕੁਐਸਚਨ ਕਰਨੇ ਆ, ਲੇਕਿਨ ਉਹਦੇ ਵਿੱਚ ਤੁਹਾਡੇ 'ਤੇ ਕੋਈ ਬਾਈਂਡਿੰਗ ਨਹੀਂ ਹੋਏਗੀ ਕਿ ਤੁਸੀਂ ਹਰ ਭਾਗ ਦੇ ਵਿੱਚ ਇੱਕ ਕੁਐਸਚਨ ਕਰਨਾ, ਕਿਤੋਂ ਵੀ ਤੁਸੀਂ 5 ਕੁਐਸਚਨ ਜਿਹੜੇ ਆ ਪੂਰੇ ਕਰ ਸਕਦੇ ਹੋ। ਦੂਸਰੀ ਉਹਨਾਂ ਨੂੰ ਚੋਇਸ ਇਹ ਦਿੱਤੀ ਗਈ ਕਿ ਜਿਹੜੇ ਬੱਚੇ ਫਰਵਰੀ ਦੇ ਵਿੱਚ ਜਿਹੜੇ ਐਗਜ਼ਾਮ ਸ਼ੁਰੂ ਹੋਣੇ ਸੀ, ਅਗਰ ਜਿਹਦੇ 'ਚ ਅਪੀਅਰ ਨਹੀਂ ਹੋ ਸਕਦੇ ਸੀਗੇ, ਉਹਨਾਂ ਨੂੰ ਕਿਹਾ ਕਿ ਅਪ੍ਰੈਲ ਦੇ ਵਿੱਚ ਤੁਹਾਨੂੰ ਦੂਜਾ ਚਾਂਸ ਦਿੱਤਾ ਜਾਏਗਾ, ਤੁਸੀਂ ਉਦੋਂ ਵੀ ਐਗਜ਼ਾਮ ਜਿਹੜੇ ਆ ਉਹ ਦੇ ਸਕਦੇ ਹੋ।
ਤੇ ਉਹਦੇ ਕਰਕੇ ਬੱਚੇ ਜਿਹੜੇ ਆ ਨਾ ਉਹ ਆਫਲਾਈਨ ਐਗਜ਼ਾਮ ਦੇ ਵਿੱਚ ਅਪੀਅਰ ਹੋਏ, ਲੇਕਿਨ ਕਾਫੀ ਦੇਰ ਤੱਕ ਉਹਨਾਂ ਨੇ ਇਹ ਐਜੀਟੇਟ ਕੀਤਾ ਕਿ ਅਸੀਂ ਆਨਲਾਈਨ ਐਗਜ਼ਾਮ ਦੇਣਾ ਚਾਹੁੰਦੇ ਹਾਂ, ਕਿਉਂਕਿ ਲਾਸਟ ਈਅਰ ਜਿਹੜੇ ਆਨਲਾਈਨ ਐਗਜ਼ਾਮੀਨੇਸ਼ਨ ਹੋਏ ਸੀਗੇ ਬੱਚਿਆਂ ਨੇ ਉਹਦੇ ਵਿੱਚ ਬੜੇ ਅਨਫੇਅਰ ਮੀਨ ਯੂਜ਼ ਕੀਤੇ, ਇੱਥੋਂ ਤੱਕ ਕਿ 8-10 ਦੇ ਬੱਚਿਆਂ ਨੂੰ ਬੈਠ ਕੇ ਲੋਕਾਂ ਨੇ ਪੇਪਰ ਡਿਕਟੇਟ ਵੀ ਕਰਵਾਏ, ਔਰ ਲੋਕਾਂ ਨੇ ਜਿਹੜੇ ਪ੍ਰਾਈਵੇਟ ਜਿਹੜੇ ਪਲੇਅਰ ਸੀਗੇ ਉਹਨਾਂ ਨੇ ਕਾਫੀ ਜ਼ਿਆਦਾ ਪੈਸਾ ਵੀ ਇਸ ਕੰਮ ਦੇ ਵਿੱਚੋਂ ਕਮਾਇਆ, ਲੇਕਿਨ ਓਵਰਆਲ ਜਿਹੜਾ ਐਜੂਕੇਸ਼ਨ ਨੂੰ ਨੁਕਸਾਨ ਹੋਇਆ। ਸਾਡਾ ਜਿਹੜਾ ਸਤਰ ਹੈ ਐਜੂਕੇਸ਼ਨ ਦਾ ਉਹ ਬਹੁਤ ਜ਼ਿਆਦਾ ਗਿਰਿਆ, ਔਰ ਜਿਹੜੀ ਇੱਕ ਗਰਿਮਾ ਹੁੰਦੀ ਹੈ ਜਿਹੜੀ ਐਗਜ਼ਾਮੀਨੇਸ਼ਨ ਦੀ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚੀ। ਸਰ ਤੁਸੀਂ ਬੜੇ ਵਿਸਤਾਰ ਦੇ ਵਿੱਚ ਸਾਨੂੰ ਕੋਵਿਡ ਦੇ ਬਾਰੇ ਔਰ ਇਸ ਦਾ ਐਜੂਕੇਸ਼ਨ 'ਤੇ ਕੀ ਇੰਪੈਕਟ ਹੋਇਆ ਜਾਣਕਾਰੀ ਦਿੱਤੀ। ਹੁਣ ਤੁਹਾਡੇ ਲਈ ਰਿਕੁਐਸਟ ਹੈ ਕਿ ਤੁਸੀਂ ਬੱਚਿਆਂ ਦੇ ਲਈ ਇੱਕ ਸੰਦੇਸ਼ ਦਿਓ। ਦੇਖੋ ਸਰ, ਕੋਵਿਡ ਨੇ ਸਾਨੂੰ ਬਹੁਤ ਸਾਰੇ ਜਿਹੜੇ ਹੈ ਉਹ ਸਬਕ ਜਿਹੜੇ ਸਿਖਾਏ, ਹਰ ਇਨਸਾਨ ਨੂੰ ਹੀ ਸਿਖਾਏ, ਔਰ ਐਜੂਕੇਸ਼ਨ ਦੇ ਵਿੱਚ ਆਨਲਾਈਨ ਐਜੂਕੇਸ਼ਨ ਦੇ ਵਿੱਚ ਇਹਦੇ ਦੋਨੋਂ ਪਹਿਲੂ ਅਸੀਂ ਦੇਖੇ, ਇਹਦੇ ਫਾਇਦੇ ਵੀ ਦੇਖੇ, ਇਹਦੇ ਨੁਕਸਾਨ ਵੀ ਦੇਖਿਆ ਸੀ। ਫਾਇਦਾ ਇਹਦਾ ਸਭ ਤੋਂ ਵੱਡਾ ਇਹ ਹੈ ਕਿ ਬੰਦਾ ਘਰ ਬੈਠ ਕੇ ਸੇਫ ਇਨਵਾਇਰਨਮੈਂਟ ਦੇ ਵਿੱਚ ਆਪਣੀ ਜਿਹੜੀ ਪੜ੍ਹਾਈ ਹੈ ਉਹ ਕਰ ਸਕਦਾ ਹੈ, ਔਰ ਨੁਕਸਾਨ ਇਹਦਾ ਇਹ ਹੈ ਕਿ ਜੋ ਫੇਸ ਟੂ ਫੇਸ ਐਜੂਕੇਸ਼ਨ ਜਿਹੜੀ ਹੋਣੀ ਚਾਹੀਦੀ ਹੈ, ਜੋ ਇਫੈਕਟਿਵ ਐਜੂਕੇਸ਼ਨ ਹੋਣੀ ਚਾਹੀਦੀ ਹੈ, ਉਸ ਦੇ ਬੈਨੀਫਿਟਸ ਜਿਹੜੇ ਸਟੂਡੈਂਟ ਹੈ ਉਹ ਵਾਂਝੇ ਰਹਿ ਜਾਂਦੇ ਹੈ, ਔਰ ਉਹਨਾਂ ਨੂੰ ਉਹ ਫਾਇਦਾ ਨਹੀਂ ਹੁੰਦਾ ਜਿਹੜਾ ਕਿ ਉਹ ਆਪਣਾ ਆਫਲਾਈਨ ਦੇ ਵਿੱਚ ਉਹ ਕਰ ਸਕਦੇ ਹੈ। ਲੇਕਿਨ ਫਿਰ ਅੰਤ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਜਾਨ ਹੈ ਤੋ ਜਹਾਨ ਹੈ, ਤੋ ਸਾਡੇ ਮਤਲਬ ਅਗਰ ਅਸੀਂ ਸੇਫ ਰਹਿ ਕੇ ਆਪਣਾ ਕੰਮ ਕਰ ਸਕੀਏ, ਚਾਹੇ ਉਹ ਪਰਫੈਕਸ਼ਨ ਦੇ ਨਾਲ ਨਾ ਹੋਵੇ, ਉਹਦੇ 'ਚ ਥੋੜ੍ਹੀ ਬਹੁਤੀ ਊਨਤਾਈ ਰਹਿ ਜਾਏ, ਲੇਕਿਨ ਆਪਣੀ ਜਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਸੇਫ ਰਹਿਣਾ ਬਹੁਤ ਜ਼ਰੂਰੀ ਹੈ। ਅਤੇ ਮੈਂ ਤਾਂ ਇਹ ਬੱਚਿਆਂ ਨੂੰ ਮੇਰਾ ਇਹੀ ਸੰਦੇਸ਼ ਹੈ ਕਿ ਜਦ ਤੱਕ ਵੀ ਇਹ ਸਿਸਟਮ ਚੱਲ ਰਿਹਾ ਹੈ ਉਹ ਆਪਣੇ ਘਰ ਰਹਿਣ, ਸਟੇ ਹੋਮ, ਸਟੇ ਸੇਫ, ਔਰ ਆਪਣੇ ਕੋਵਿਡ ਦਾ ਪੂਰਾ ਗਾਈਡਲਾਈਨਸ ਦਾ ਪਾਲਣ ਕਰਨ, ਔਰ ਮਾਸਕ ਲਗਾ ਕੇ ਰੱਖਣ, ਕਿਉਂਕਿ ਮਾਸਕ ਤੋਂ ਬਿਨਾਂ ਕੋਈ ਵੀ ਇਹਦਾ ਜਿਹੜਾ ਹੈ ਉਹ ਇਲਾਜ ਨਹੀਂ ਹੈ, ਕਿਉਂਕਿ ਦਿਸ ਪੈਂਡੇਮਿਕ ਇਜ਼ ਗੋਇੰਗ ਟੂ ਸਟੇ। ਸਾਨੂੰ ਇਹਦੇ ਨਾਲ ਰਹਿਣਾ ਸਿੱਖਣਾ ਪਏਗਾ। ਕੋਵਿਡ ਐਪਰੋਪਰੀਏਟ ਬਿਹੇਵੀਅਰ ਦਾ ਅਸੀਂ ਪਾਲਣ ਕਰੀਏ ਤਾਂ ਕਿ ਅਸੀਂ ਆਪਣੇ ਔਰ ਆਪਣੇ ਪਰਿਵਾਰ ਦੀ ਜਿਹੜੀ ਸੁਰੱਖਿਆ ਕਰ ਸਕੀਏ। ਧੰਨਵਾਦ। ਪ੍ਰਿੰਸੀਪਲ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਬੜੇ ਵਿਸਤਾਰ ਦੇ ਵਿੱਚ ਸਾਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ, ਔਰ ਅਸੀਂ ਪ੍ਰਿੰਸੀਪਲ ਸਾਹਿਬ ਦੀ ਗੱਲਬਾਤ ਤੋਂ ਇਸ ਕਨਕਲੂਜਨ 'ਤੇ ਪੁੱਜੇ ਹਾਂ ਕਿ ਜਿਹੜੀ ਕਲਾਸਰੂਮ ਐਜੂਕੇਸ਼ਨ ਹੈ ਉਸ ਦਾ ਆਨਲਾਈਨ ਐਜੂਕੇਸ਼ਨ ਵਿਕਲਪ ਨਹੀਂ, ਕਿਉਂਕਿ ਜੋ ਕਲਾਸਰੂਮ ਐਜੂਕੇਸ਼ਨ ਦੇ ਵਿੱਚ ਟੀਚਰ ਤੇ ਟੌਟ ਦਾ ਰਿਲੇਸ਼ਨ ਸਥਾਪਿਤ ਕੀਤਾ ਜਾ ਸਕਦਾ ਹੈ ਉਹ ਆਨਲਾਈਨ ਦੇ ਵਿੱਚ ਨਹੀਂ। ਜੋ ਰੂਬਰੂ ਹੋ ਕੇ ਬੱਚਾ ਕਲਾਸ ਦੇ ਵਿੱਚ ਸਿੱਖ ਸਕਦਾ ਹੈ ਉਹ ਆਨਲਾਈਨ ਦੇ ਨਹੀਂ। ਲੇਕਿਨ ਕੀਤਾ ਕੀ ਜਾਏ, ਜਿਸ ਤਰ੍ਹਾਂ ਦਾ ਮਾਹੌਲ ਹੈ ਔਰ ਜਿਸ ਤਰ੍ਹਾਂ ਬਿਮਾਰੀ ਫੈਲ ਰਹੀ ਹੈ, ਇਸ ਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਆਨਲਾਈਨ ਐਜੂਕੇਸ਼ਨ ਦੀ ਮਹੱਤਵਤਾ ਨੂੰ ਸਮਝੀਏ ਔਰ ਉਹਨੂੰ ਨਕਾਰੀਏ ਨਹੀਂ। ਅਸੀਂ ਜਾਣਦੇ ਹਾਂ ਕਿ ਆਨਲਾਈਨ ਐਜੂਕੇਸ਼ਨ ਇੱਕ ਡਾਟਾ ਕਲੈਕਸ਼ਨ ਹੈ, ਔਰ ਡਾਟਾ ਕਲੈਕਸ਼ਨ ਜਿਹੜਾ ਹੈ ਉਸ ਨੂੰ ਸਮਝਣਾ ਔਰ ਉਸ ਨੂੰ ਸਮਝਾਉਣਾ ਇੱਕ ਕਲਾਸਰੂਮ ਐਜੂਕੇਸ਼ਨ ਦੇ ਵਿੱਚ ਹੀ ਸੰਭਵ ਹੈ। ਲੇਕਿਨ ਇਸ ਦੀ ਸੰਭਵਤਾ ਜਿਹੜੀ ਹੈ ਉਸ ਨੂੰ ਤਾਂ ਬਾਅਦ 'ਚ ਦੇਖਿਆ ਜਾਏਗਾ। ਇਸ ਵਕਤ ਜ਼ਰੂਰਤ ਹੈ ਕਿ ਅਸੀਂ ਆਨਲਾਈਨ ਐਜੂਕੇਸ਼ਨ ਵੱਲ ਤਵੱਜੋ ਦਈਏ। ਇਹ ਭੁੱਲਣਾ ਨਹੀਂ ਚਾਹੀਦਾ ਕਿ ਉਹ ਮਾਂ-ਬਾਪ ਸਨ ਜਿਹੜੇ ਕਦੀ ਬੱਚੇ ਨੂੰ ਲੈਪਟਾਪ ਅਤੇ ਮੋਬਾਈਲ ਫੋਨ ਦੇਣ ਤੋਂ ਇਨਕਾਰ ਕਰਦੇ ਸਨ, ਲੇਕਿਨ ਅੱਜ ਦੌੜੇ ਜਾ ਰਹੇ ਨੇ ਬਾਜ਼ਾਰਾਂ ਦੇ ਵਿੱਚ ਔਰ ਆਪਣੇ ਬੱਚੇ ਲਈ ਵਧੀਆ ਲੈਪਟਾਪ ਤੇ ਮੋਬਾਈਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਿਉਂਕਿ ਆਨਲਾਈਨ ਐਜੂਕੇਸ਼ਨ ਜ਼ਰੂਰੀ ਬਣ ਚੁੱਕੀ ਹੈ। ਆਨਲਾਈਨ ਐਜੂਕੇਸ਼ਨ ਦੇ ਬਿਨਾਂ ਰਿਹਾ ਨਹੀਂ ਜਾ ਸਕਦਾ। ਮਾਂ-ਬਾਪ ਨੂੰ ਇਟ ਇਜ਼ ਅ ਨੈਸੈਸਰੀ ਈਵਲ, ਔਰ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਇਸ ਦੇ ਦੌਰਾਨ ਆਪਣੇ ਬੱਚੇ 'ਤੇ ਪੂਰੀ ਨਿਗਰਾਨੀ ਰੱਖਣ, ਕਿਉਂਕਿ ਜਿੱਥੇ ਇਸ ਦੇ ਕੁਝ ਫਾਇਦੇ ਨੇ ਇਸ ਦੇ ਨੁਕਸਾਨ ਵੀ ਨੇ। ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ, ਜ਼ਿਆਦਾ ਦੇਖਣ ਦੇ ਨਾਲ ਦਿਮਾਗ 'ਤੇ ਵੀ ਅਸਰ ਹੁੰਦਾ ਹੈ, ਔਰ ਬੱਚੇ ਕਈ ਵਾਰੀ ਗੇਮਸ ਖੇਲਣ ਲੱਗ ਪੈਂਦੇ ਨੇ ਜਿਹੜੀਆਂ ਕਿ ਮਾਂ-ਬਾਪ ਨੂੰ ਚੈੱਕ ਕਰਨੀਆਂ ਬਹੁਤ ਜ਼ਰੂਰੀ ਹੈ। ਉਹ ਟੀਚਰਸ ਨਹੀਂ ਕਰ ਸਕਦੇ, ਉਹ ਘਰ ਦੇ ਵਿੱਚ ਹੀ ਕੀਤੀ ਜਾ ਸਕਦੀ ਹੈ। ਪ੍ਰਿੰਸੀਪਲ ਡਾਕਟਰ ਰਾਜੇਸ਼ ਕੁਮਾਰ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਫਾਸਟਵੇ ਵਿੱਚ ਆਏ ਔਰ ਸਾਡੇ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਇਆ। ਥੈਂਕ ਯੂ।